ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 35 ਪੌੜੀਆਂ ਤੇ ਵਿਚਾਰ ਹੋਈ। 36ਵੀਂ ਪੌੜੀ ਤੇ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਤਿਥੈ ਘੜੀਐ ਸੂਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿਧਾ ਕੀ ਸੁਧ। ਸ਼ਬਦਾਰਥ। ਪ੍ਰਚੰਡ ਯਾਨੀ ਤੇਜ, ਵਿਨੋਦ ਯਾਨੀ ਆਨੰਦ, ਕੋਡ ਯਾਨੀ ਕਰੋੜਾ, ਅਨੂਪ ਯਾਨੀ ਅਦਭੁਤ, ਸੁਰਾ ਯਾਨੀ ਦੇਵਤਿਆਂ, ਸਿੱਧਾ ਯਾਨੀ ਸਿੱਧ ਪੁਰਸ਼ਾਂ, ਸੁਧ ਯਾਨੀ ਉੱਤਮ ਬਿਰਤੀ। ਗਿਆਨ ਖੰਡ ਵਿੱਚ ਗਿਆਨ ਪ੍ਰਬਲ ਹੈ, ਉੱਥੇ ਗਿਆਨ ਮਹਾਪ੍ਰਚੰਡ ਅਤੇ ਤੇਜਵਾਨ ਹੈ। ਉੱਥੇ ਨਾਦ ਯਾਨੀ ਸ਼ਬਦ ਦਾ ਵਿਲਾਸ ਹੈ ਅਤੇ ਅਨੰਤ ਪ੍ਰਕਾਰ ਦਾ ਆਨੰਦ ਹੈ। ਸਰਮ ਖੰਡ ਕੀ ਬਾਣੀ, ਸ਼ਬਦ ਨਾਮ ਬਹੁਤ ਸੁੰਦਰ ਜਾ ਰੂਪਵਾਨ ਹੈ। ਉੱਥੇ ਪਰਮ ਸੁੰਦਰ ਘਾੜਤ ਘੜੀ ਜਾਂਦੀ ਹੈ। ਉਸ ਮੰਡਲ ਦਾ ਹਾਲ ਬਿਆਨ ਕਰ ਸਕਣਾ ਅਸੰਭਵ ਹੈ। ਕੋਈ ਉਹਦਾ ਬਿਆਨ ਕਰਨ ਦਾ ਯਤਨ ਕਰੇਗਾ ਤਾਂ ਉਹਨੂੰ ਸ਼ਰਮਿੰਦਾ ਹੋਣਾ ਪਵੇਗਾ। ਉੱਥੇ ਸੁਰਤੀ, ਮਤ, ਮਨ ਅਤੇ ਬੁੱਧੀ ਦੀ ਘਾੜਤ ਘੜੀ ਜਾਂਦੀ ਹੈ ਅਤੇ ਉੱਥੇ ਦੇਵਤਿਆਂ ਅਤੇ ਸਿੱਧਾਂ ਵਾਲੀ ਵਿਵੇਕ ਸ਼ਕਤੀ ਘੜੀ ਜਾਂਦੀ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ। ਤਾਤਪਰਯ ਇਹ ਹੈ, ਗਿਆਨ ਖੰਡ ਵਿੱਚ ਭਾਵ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿੱਚ ਮਾਨੋ ਸਭ ਰਾਗਾਂ, ਤਮਾਸ਼ਿਆਂ ਤੇ ਕੋਤਕਾਂ ਦਾ ਸਵਾਦ ਆ ਜਾਂਦਾ ਹੈ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾਤਪਰਯ ਇਹ ਹੈ, ਉੱਤਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ। ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਨਵੀਂ ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਭਾਉ ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ। ਤਿਥੈ ਘੜੀਐ ਸੁਰਤ ਮਤ ਮਨ ਬੁੱਧ,
ਤਿਥੈ ਘੜੀਐ ਸੁਰਾ ਸਿਧਾ ਕੀ ਸੁਧ। ਤਾਤਪਰਯ ਇਹ ਹੈ, ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ। ਭਾਵ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ। ਭਾਵ ਗਿਆਨ ਦੀ ਅਵਸਥਾ ਦੀ ਬਰਕਤ ਨਾਲ ਜਿਉਂ-ਜਿਉਂ ਸਾਰਾ ਜਗਤ ਇੱਕ ਸਾਂਝਾ ਟੱਬਰ ਦਿਸਦਾ ਹੈ, ਜੀਵ ਖਲਕਤ ਦੀ ਸੇਵਾ ਦੀ ਮਿਹਨਤ ਸਿਰ ਤੇ ਚੁੱਕਦਾ ਹੈ। ਮਨ ਦੀ ਪਹਿਲੀ ਤੰਗ ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿੱਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ। ਮਨ ਵਿੱਚ ਇੱਕ ਨਵੀਂ ਜਾਗਰਤ ਆਉਂਦੀ ਹੈ, ਸੁਰਤ ਉੱਚੀ ਹੋਣ ਲੱਗ ਪੈਂਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੀ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੇ ਕੇ ਲੋਕ, ਕਰੇ ਆਨੰਦ ਸੱਚਾ ਮਨ ਸੋਈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸ਼ਬਦਾਰਥ। ਮਹਿਮਾ ਮਾਹੀ ਯਾਨੀ ਸਿਫਤ ਸਲਾਹ ਕਰਨ ਵਿੱਚ, ਭਗਤ ਲੋਕ ਯਾਨੀ ਭਗਤਾਂ ਦੇ ਅਨੇਕ ਲੋਕ ਵਸੇ ਹੋਏ ਦਿਖਾਈ ਦਿੰਦੇ ਹਨ। ਖੰਡ ਯਾਨੀ ਹਿੱਸੇ ਭਾਗ, ਵਰਪੰਡ ਯਾਨੀ ਬ੍ਰਹਿਮੰਡ, ਵਿਗਸੈ ਯਾਨੀ ਪ੍ਰਸੰਨ ਹੁੰਦਾ ਹੈ, ਕਰੜਾ ਯਾਨੀ ਸਖਤ, ਸਾਰ ਯਾਨੀ ਲੋਹਾ। ਗੁਰੂ ਸਾਹਿਬ ਜੀਵ ਦੀ ਅੰਤਰਮੁਖ ਰੂਹਾਨੀ ਯਾਤਰਾ ਵਿੱਚ ਆਉਣ ਵਾਲੇ ਪੜਾਵਾਂ, ਮੰਡਲਾਂ, ਗਿਆਨ ਖੰਡ ਅਤੇ ਸਰਮ ਖੰਡ ਦਾ ਹਾਲ ਬਿਆਨ ਕਰ ਆਏ ਹਨ। ਇੱਥੇ ਆਪ ਉਹਨਾਂ ਤੋਂ ਉਚੇਰੇ ਮੰਡਲਾਂ ਦਾ ਹਾਲ ਬਿਆਨ ਕਰਦੇ ਹਨ। ਕਰਮ ਖੰਡ ਕੀ ਬਾਣੀ ਜੋਰ, ਜਾ ਸ਼ਕਤੀ ਨਾਲ ਭਰਪੂਰ ਹੈ, ਉੱਥੇ ਹੋਰ ਕੋਈ ਨਹੀਂ। ਬਿਨਾਂ ਉਹਨਾਂ ਬਖਸ਼ੇ ਹੋਏ ਸੂਰਮਿਆਂ ਜਾਂ ਮਹਾਬਲੀਆਂ ਦੇ, ਜਿਨ੍ਹਾਂ ਵਿੱਚ ਰਾਮ ਭਰਪੂਰ ਹੈ, ਉੱਥੇ ਭਗਤਾਂ ਦੀਆਂ ਆਤਮਾਵਾਂ ਪਰਮੇਸ਼ਰ ਦੀ ਮਹਿਮਾ ਵਿੱਚ ਮਗਨ ਹਨ। ਉਹਨਾਂ ਦੇ ਰੂਪ ਕਹਿਣ ਸੁਣਨ ਤੋਂ ਉੱਪਰ ਹਨ। ਉੱਥੇ ਪਹੁੰਚੇ ਭਗਤ
ਜਿਨ੍ਹਾਂ ਦੇ ਮਨ ਵਿੱਚ ਉਹ ਕਰਤਾ ਰੂਪੀ ਰਾਮ ਵਸ ਰਿਹਾ ਹੈ, ਨਾ ਮਰਦੇ ਹਨ ਅਤੇ ਨਾ ਹੀ ਠੱਗੇ ਜਾਂਦੇ ਹਨ। ਉੱਥੇ ਭਗਤਾਂ ਦੇ ਕਈ ਲੋਕ ਜਾਂ ਦੇਸ਼ ਵਸੇ ਹੋਏ ਹਨ। ਉਹਨਾਂ ਦੇ ਮਨ ਵਿੱਚ ਸੱਚਾ ਆਨੰਦ ਸਰੂਪ ਪ੍ਰਭੂ ਸਮਾ ਰਿਹਾ ਹੈ। ਸੱਚਖੰਡ ਵਿੱਚ ਉਸ ਨਿਰੰਕਾਰ ਦਾ ਵਾਸਾ ਹੈ। ਉਹ ਸਮੁੱਚੀ ਰਚਨਾ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰਦਾ ਹੈ। ਉੱਥੇ ਅਨੰਤ ਖੰਡ ਮੰਡਲ ਅਤੇ ਬ੍ਰਹਿਮੰਡ ਹਨ। ਜੇ ਕੋਈ ਉਹਨਾਂ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦਾ ਕੋਈ ਅੰਤ ਨਹੀਂ। ਉੱਥੇ ਦੇ ਸਭ ਲੋਕ ਮੰਡਲ ਭਗਤਾਂ ਨਾਲ ਭਰੇ ਪਏ ਹਨ। ਉੱਥੇ ਸਭ ਕਾਰਜ ਉਸ ਕਰਤਾ ਪੁਰਖ ਦੇ ਹੁਕਮ ਅਨੁਸਾਰ ਚੱਲ ਰਿਹਾ ਹੈ ਅਤੇ ਲੋਕ ਆਪਣੇ ਕਰਤਾ ਦੇ ਹੁਕਮ ਅਨੁਸਾਰ ਕਾਰ ਕਰ ਰਹੇ ਹਨ। ਉਹ ਮਾਲਕ ਸਭ ਨੂੰ ਦੇਖਦਾ ਅਤੇ ਪ੍ਰਸੰਨ ਹੁੰਦਾ ਹੈ। ਉਹਦਾ ਵਰਣਨ ਕਰ ਸਕਣਾ ਲੋਹੇ ਨੂੰ ਚੱਬਣ ਸਮਾਨ ਕਰੜਾ ਜਾਂ ਔਖਾ ਕਾਰਜ ਹੈ। ਕਰਮ ਖੰਡ ਕੀ ਬਾਣੀ ਚੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਿਆ ਭਰਪੂਰ। ਤਾਤਪਰਯ ਇਹ ਹੈ, ਬਖਸ਼ਸ ਵਾਲੀ ਅਵਸਥਾ ਦੀ ਬਨਾਵਟ ਬਲ ਹੈ। ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸੇ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਉਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿੱਚ ਜੋ ਮਨੁੱਖ ਹਨ ਉਹ ਯੋਧੇ, ਮਹਾਬਲੀ ਤੇ ਸੂਰਮੇ ਹਨ। ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ ਹੈ। ਤਿਥੈ ਸੀਤੋ ਸੀਤਾ ਮਹਿਮਾ ਮਾਹੀ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੀ। ਤਾਤਪਰਯ ਇਹ ਹੈ, ਉਸ ਬਖਸ਼ਸ ਵਾਲੀ ਅਵਸਥਾ ਵਿੱਚ ਆਪਣੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ। ਉਹਨਾਂ ਦੇ ਸਰੀਰ ਅਜਿਹੇ ਕੰਚਨ ਸੋਨੇ ਦੀ ਚਮਕ ਵਾਲੇ ਹੋ ਜਾਂਦੇ ਹਨ ਕਿ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ। ਉਹਨਾਂ ਦੇ ਮੂੰਹ ਉੱਤੇ ਨੂਰ ਲਿਸਕਦਾ ਹੈ। ਇਸ ਅਵਸਥਾ ਵਿੱਚ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਤਿਥੈ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ। ਤਾਤਪਰਯ ਇਹ ਹੈ, ਉਸ ਅਵਸਥਾ ਵਿੱਚ ਕਈ ਭਾਵਨਾ ਦੇ ਭਗਤ ਜਨ ਵਸਦੇ ਹਨ ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਭਾਉ ਸੱਚਖੰਡ ਵਿੱਚ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ, ਜੋ ਸ੍ਰਿਸ਼ਟੀ ਰਚ ਕਰ
ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਤਾਤਪਰਯ ਇਹ ਹੈ, ਉਸ ਅਵਸਥਾ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ, ਬੇਅੰਤ ਮੰਡਲ ਤੇ ਬੇਅੰਤ ਬ੍ਰਹਿਮੰਡ ਦਿਸਦੇ ਹਨ। ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਉਹਨਾਂ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦੀ ਓੜਕ ਨਹੀਂ ਪੈ ਸਕਦੀ। ਉਸ ਅਵਸਥਾ ਵਿੱਚ ਬੇਅੰਤ ਭਵਨ ਤੇ ਆਕਾਰ ਦਿਸਦੇ ਹਨ, ਜਿਨ੍ਹਾਂ ਸਭਨਾਂ ਵਿੱਚ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿੱਚ ਆਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜਾ ਵਰਤਦੀ ਦਿਸਦੀ ਹੈ। ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਗੁਰੂ ਜੀ ਕਹਿੰਦੇ, ਇਸ ਅਵਸਥਾ ਦਾ ਕਥਨ ਕਰਨਾ ਬੜਾ ਹੀ ਔਖਾ ਹੈ। ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ। ਭਾਵ ਪਰਮਾਤਮਾ ਨਾਲ ਇੱਕ ਰੂਪ ਹੋ ਚੁੱਕਣ ਵਾਲੀ ਆਤਮਿਕ ਅਵਸਥਾ ਵਿੱਚ ਆਪਣੇ ਜੀਵ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲ੍ਹਦਾ ਹੈ। ਉਸ ਨੂੰ ਸਭ ਆਪਣੇ ਹੀ ਦਿਸਦੇ ਹਨ। ਹਰ ਪਾਸੇ ਪ੍ਰਭੂ ਹੀ ਨਜ਼ਰੀ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜੀ ਰਹਿੰਦੀ ਹੈ। ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ। ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪ੍ਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜਾ ਵਿੱਚ ਤੋਰ ਰਿਹਾ ਹੈ ਤੇ ਸਭ ਉੱਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸ਼ਬਦਾਰਥ, ਜਤ ਯਾਨੀ ਇੰਦਰੀਆਂ ਨੂੰ ਵਸ ਕਰ ਲੈਣਾ। ਪਹਾਰਾ ਯਾਨੀ ਹੱਟੀ। ਅਹਰਣ ਯਾਨੀ ਅਹਰਣ ਜਿਸ ਉੱਤੇ ਰੱਖ ਕੇ ਸੁਨਿਆਰ ਗਹਿਣੇ ਨੂੰ ਸੱਟਾ ਮਾਰਦਾ ਹੈ। ਹਥਿਆਰ ਯਾਨੀ ਹਥੌੜਾ। ਖੱਲਾਂ ਯਾਨੀ ਧੋਕਣੀ। ਤਪ ਤਾਉ ਯਾਨੀ ਤਪਾਉਣ। ਭਾਂਡਾ ਯਾਨੀ ਕੁਠਾਲੀ। ਭਾਉ ਯਾਨੀ ਪ੍ਰੇਮ। ਨਦਰ ਯਾਨੀ ਦਇਆ ਦ੍ਰਿਸ਼ਟੀ। ਗੁਰੂ ਸਾਹਿਬ ਜਪਜੀ ਦੀ ਆਖਰੀ ਪੌੜੀ ਵਿੱਚ ਸੁਨਿਆਰੇ ਦੀ ਗਹਿਣੇ ਘੜਨ ਦੀ ਵਿਧੀ ਦੇ ਦ੍ਰਿਸ਼ਟਾਂਤ ਦੁਆਰਾ ਆਪਣੀ ਸਮੁੱਚੀ ਵਿਚਾਰਧਾਰਾ ਦਾ ਖੁਲਾਸਾ ਇਸ ਤਰ੍ਹਾਂ ਕਰਦੇ ਹਨ। ਜਤ ਇੰਦਰੀਆਵਣੀ
ਸੰਜਮ ਦੀ ਹੱਟੀ ਹੋਣੀ ਚਾਹੀਦੀ ਹੈ। ਧੀਰਜ ਅਤੇ ਦ੍ਰਿੜਤਾ ਦਾ ਸੁਨਿਆਰਾ ਹੋਣਾ ਚਾਹੀਦਾ ਹੈ। ਅਚਲ ਤੇ ਅਡੋਲ ਮਤ ਦੀ ਅਹਰਨ ਗਿਆਨ ਵੇਦ ਦਾ ਹਥੌੜਾ, ਭੈ ਦੀ ਖਲਜਾ ਧੋਕੜੀ, ਤਪ ਦੀ ਅਗਨੀ, ਪ੍ਰੇਮ ਜਾਂ ਲਗਨ ਦੀ ਕੁਠਾਲੀ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਨਾਮ ਰੂਪੀ ਅੰਮ੍ਰਿਤ ਢਾਲਣਾ ਚਾਹੀਦਾ ਹੈ। ਸ਼ਬਦ ਆਤਮਾ ਦੀ ਘਾੜਤ ਘੜਨ ਵਾਲੀ ਸੱਚੀ ਟਕਸਾਲ ਹੈ। ਜਿਨ੍ਹਾਂ ਉੱਤੇ ਉਸ ਪ੍ਰਭੂ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ, ਉਹੀ ਇਸ ਕਾਰਜ ਵਿੱਚ ਲੱਗ ਕੇ ਸਫਲਤਾ ਪ੍ਰਾਪਤ ਕਰਦੇ ਹਨ। ਉਹ ਦਿਆਲੂ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਨਾਲ ਸਭ ਨੂੰ ਨਿਹਾਲ ਕਰਦਾ ਹੈ ਅਤੇ ਕਰ ਰਿਹਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਤਾਤਪਰਯ ਇਹ ਹੈ, ਜੇ ਜਤ ਰੂਪ ਦੁਕਾਨ ਹੋਵੇ, ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮਤ ਅਹਰਨ ਹੋਵੇ, ਉਸ ਮਤ ਅਹਰਨ ਉੱਤੇ ਗਿਆਨ ਦਾ ਹਥੌੜਾ ਵੱਜੇ। ਭੋ ਖੱਲਾਂ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਤਾਤਪਰਯ ਇਹ ਹੈ, ਜੇ ਅਕਾਲ ਪੁਰਖ ਦਾ ਡਰ ਢੋਕਣੀ ਹੋਵੇ, ਘਾਲ ਕਮਾਈ ਅੱਗ ਹੋਵੇ, ਪ੍ਰੇਮ ਕੁਠਾਲੀ ਹੋਵੇ, ਤਾਂ ਹੋ ਉਸ ਕੁਠਾਲੀ ਵਿੱਚ ਹੇ ਭਾਈ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਓ, ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾ ਸਕਦਾ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤਾਤਪਰਯ ਇਹ ਹੈ, ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ। ਗੁਰੂ ਜੀ ਸਮਝਾਉਂਦੇ, ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ਭਾਉ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜਦੋਂ ਆਚਰਣ ਪਵਿੱਤਰ ਹੋਵੇ, ਧੀਰਜ ਤੇ ਹੌਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਿਆ ਰਹੇ, ਸੇਵਾ ਦੀ ਘਾਲੀ ਜਾਏ, ਖਾਲਕ ਤੇ ਖਲਕਤ ਦਾ ਪਿਆਰ ਦਿਲ ਵਿੱਚ ਹੋਵੇ। ਇਹ ਜਤ ਧੀਰਜ ਮਤ ਗਿਆਨ ਭਉ ਕਾਲ ਅਤੇ ਪ੍ਰੇਮ ਦੇ ਗੁਣ, ਇਹ ਇੱਕ ਸੱਚੀ ਟਕਸਾਲ ਹੈ ਜਿਸ ਵਿੱਚ ਗੁਰੂ ਸ਼ਬਦ ਦੀ ਮਿਹਰ ਘੜੀ ਜਾਂਦੀ ਹੈ। ਭਾਉ ਜਿਸ ਉੱਚੀ ਆਤਮਕ ਅਵਸਥਾ ਵਿੱਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ ਦੱਸੇ ਜੀਵਨ ਵਾਲੇ ਸਿੱਧ ਨੂੰ ਵੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿੱਚ ਲੈ ਆਪੜਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।